ਨਾਲ ਹੀ ਜੀਵਨ ਸ਼ਾਹ ਇੱਕ ਸੈਯਦ ਰਹਿੰਦਾ ਸੀ। ਉਹਦਾ ਪਿੰਡ ਬਸਤਾ ਨਹੀਂ ਸੀ ਤੇ ਉਸਨੇ ਆ ਕੇ ਭਾਈ ਖੇਮ ਚੰਦ ਜੀ ਨੂੰ ਬੇਨਤੀ ਕੀਤੀ ਕਿ ਮੇਰਾ ਪਿੰਡ ਬਸਤਾ ਨਹੀਂ ਹੈ ਤੇ ਮੈਂ ਚਾਹੁੰਦਾ ਮੇਰਾ ਨਾਮ ਹੀ ਰਹਿ ਜਾਏ ਤੇ ਮੇਰਾ ਪਿੰਡ ਵੀ ਬਸ ਜਾਏ। ਉਸ ਵਕਤ ਭਾਈ ਖੇਮ ਚੰਦ ਜੀ ਦੇ ਪਾਸ ਭਾਈ ਕਿਸ਼ੋਰ ਦਾਸ ਜੀ ਸੇਵਾ ਕਰ ਰਹੇ ਸਨ। ਭਾਈ ਕਿਸ਼ੋਰ ਦਾਸ ਜੀ ਨੂੰ ਉਹਨਾਂ ਨੇ ਭੇਜਿਆ ਜਾ ਕੇ ਸੇਵਾ ਕਰੋ ਤੇ ਪਿੰਡ ਜਾ ਕੇ ਧਰਮਸ਼ਾਲਾ ਬਣਾਓ। ਭਾਈ ਕਿਸ਼ੋਰ ਦਾਸ ਜੀ ਨੇ ਉੱਥੇ ਜਾ ਕੇ ਦੇਖਿਆ ਕਿ ਉੱਥੇ ਭੂਤਾਂ ਪ੍ਰੇਤਾਂ ਦਾ ਵਾਸਾ ਸੀ। ਉਹਨਾਂ ਨੇ ਸਤਿਗੁਰੂ ਜੀ ਪਾਵਨ ਚਰਨਾਂ ਦੇ ਵਿੱਚ ਅਰਦਾਸ ਕੀਤੀ ਤੇ ਕਹਿਣ ਲੱਗੇ, ਜੀਵਨ ਸ਼ਾਹ, ਤੂੰ ਜੇ ਆਪਣਾ ਨਾਂ ਰੱਖਣਾ ਚਾਹੁੰਦਾ ਹੈ ਤੂੰ ਇਸ ਪਿੰਡ ਦਾ ਨਾਮ ਸ਼ਾਹ ਜੀਵਨਾ ਰੱਖ ਲੈ। ਸ਼ਾਹ ਨੂੰ ਜੀਵਨ ਸ਼ਾਹ ਸੀ ਨਾ, ਸ਼ਾਹ ਨੂੰ ਪਹਿਲਾਂ ਲਾ ਦੇ ਤੇ ਜੀਵਨ ਨੂੰ ਬਾਅਦ ਦੇ ਦਿਓ। ਉਹਨੇ ਸਤ ਬਚਨ ਕੀਤਾ ਤੇ ਨਾ ਉਸ ਪਿੰਡ ਦਾ ਨਾਮ ਰੱਖਿਆ ਸ਼ਾਹ ਜੀਵਨਾ। ਤੇ ਭਾਈ ਖੇਮ ਚੰਦ ਜੀ ਤੋਂ ਬਾਅਦ ਭਾਈ ਕਿਸ਼ੋਰ ਦਾਸ ਜੀ ਹੋਏ। ਕਿਸ਼ੋਰ ਦਾਸ ਜੀ ਤੋਂ ਬਾਅਦ ਮਹੰਤ ਭਾਈ ਗੁਲਾਬ ਦਾਸ ਜੀ। ਮਹੰਤ ਭਾਈ ਗੁਲਾਬ ਦਾਸ ਜੀ ਤੋਂ ਬਾਅਦ ਮਹੰਤ ਭਾਈ ਧਰਮਦਾਸ ਜੀ। ਮਹੰਤ ਧਰਮਦਾਸ ਜੀ ਦੇ ਜਿਸ ਵੇਲੇ ਛੋਟੀ ਉਮਰ ਹੈਗੀ ਸੀ ਤੇ ਭਾਈ ਆਇਆ ਰਾਮ ਜੀ ਦਾ ਸਥਾਨ ਲੁਧਿਆਣੇ ਵਿੱਚ ਸੀ। ਜਦੋਂ ਮਹੰਤ ਗੁਲਾਬ ਦਾਸ ਜੀ ਨੇ ਆਕਾਸ਼ ਚਲਾਣਾ ਕੀਤਾ ਤੇ ਭਾਈ ਆਇਆ ਰਾਮ ਜੀ ਨੂੰ ਪਤਾ ਲੱਗਿਆ ਕਿ ਮਹੰਤ ਗੁਲਾਬ ਦਾਸ ਜੀ ਆਕਾਸ਼ ਚਲਾਣਾ ਕਰ ਗਏ ਆ। ਉਹ ਵੀ ਮਹਾਂਪੁਰਖਾਂ ਦੇ ਪਾਵਨ ਪੰਜ ਭੂਤ ਸਰੀਰ ਦੇ ਅਗਨ ਭੇਟ ਤੇ ਭਾਈ ਆਇਆ ਰਾਮ ਸਾਹਿਬ ਜੀ ਵੀ ਆਏ। ਜਦੋਂ ਭਾਈ ਧਰਮਦਾਸ ਜੀ ਨੇ ਦੇਖਿਆ ਕਿ ਭਾਈ ਆਇਆ ਰਾਮ ਸਾਹਿਬ ਜੀ ਆਏ ਨੇ ਤੇ ਉਹਨਾਂ ਨੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ। ਸਾਰੀ ਸੰਗਤ ਨੇ ਮੱਥਾ ਟੇਕਿਆ ਤੇ ਜਦੋਂ ਪੰਜ ਭੂਤਕ ਸਰੀਰ ਦਾ ਅਗਨ ਭੇਟ ਹੋ ਗਿਆ ਤੇ ਸਾਰੀ ਸੰਗਤ ਨੇ ਬੇਨਤੀ ਕੀਤੀ ਕਿ ਭਾਈ ਆਇਆ ਰਾਮ ਸਾਹਿਬ ਜੀ, ਇਹ ਭਾਈ ਧਰਮਦਾਸ ਜੀ ਛੋਟੇ ਹਨ ਤੇ ਆਪ ਇਹਨਾਂ ਦੇ ਸਿਰ ਤੇ ਹੱਥ ਰੱਖੋ। ਕਹਿਣ ਲੱਗੇ, ਇਹਨਾਂ ਦੇ ਸਿਰ ਤੇ ਹੱਥ ਤਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੈਗਾ, ਪਰ ਅਸੀਂ ਹੱਥ ਤਾਂ ਰੱਖਦੇ ਹਾਂ ਕਿ ਜੇ ਇਹ ਮੰਗਣ ਵਾਲੀ ਪਿਰਤ ਜਿਹੜੀ ਹੈ ਨਾ ਉਹ ਛੋੜ ਦੇ। ਅੱਗੇ ਕੀ ਹੁੰਦਾ ਸੀ ਕਿ ਜਿਹਦੇ ਘਰ ਕੋਈ ਵਿਆਹ ਹੋਣਾ ਤੇ ਉਹਨਾਂ ਦੇ ਘਰ ਇਹ ਬੰਨਿਆ ਹੋਣੀ ਵੀ ਤੇਰੇ ਘਰ 100 ਰੁਪਇਆ ਆਣਾ, ਤੇਰੇ ਘਰ 5 ਰੁਪਏ ਆਣੇ ਨੇ, ਕਿਸੇ ਘਰੋਂ ਦੀਵਾਨੀ ਆਣੀ ਹੈ, ਕਿਉਂਕਿ ਉਸ ਵਕਤ 100 ਰੁਪਇਆ ਬਹੁਤ ਸਾਰਾ ਹੁੰਦਾ ਸੀ। ਭਾਈ ਆਇਆ ਰਾਮ ਸਾਹਿਬ ਕਹਿਣ ਲੱਗੇ, ਧਰਮਦਾਸ ਜੀ, ਜੇ ਤੁਸੀਂ ਸੇਵਾ ਪੰਥੀਆਂ ਵਾਲੀ ਕਿਰਤ ਕਰੋ, ਮੁੰਜ ਕੁੱਟ ਕੇ ਬਾਣ ਵੱਢ ਕੇ ਇਹ ਤੁਸੀਂ ਸੇਵਾ ਕਰੋਗੇ, ਕੰਮ ਕਰੋਗੇ
ਤੇ ਅਸੀਂ ਤੁਹਾਡੇ ਸਿਰ ਤੇ ਹੱਥ ਰੱਖਦੇ ਹਾਂ। ਭਾਈ ਧਰਮਦਾਸ ਜੀ ਨੇ ਬੇਨਤੀ ਕੀਤੀ, ਇਹ ਜੋ ਧਰਮਸ਼ਾਲਾ ਦਾ ਕਾਰਜ ਹੈ ਇਹ ਕਿਵੇਂ ਚੱਲੇਗਾ? ਤੇ ਭਾਈ ਆਇਆ ਰਾਮ ਜੀ ਕਹਿਣ ਲੱਗੇ, ਇਹ ਸਤਿਗੁਰੂ ਆਪ ਚਲਾਉਣਗੇ। ਹਾਂ, ਜਿਹੜਾ ਕੋਈ ਤੁਹਾਨੂੰ ਪ੍ਰੇਮੀ ਬੜੀ ਸ਼ਰਧਾ ਦੇ ਨਾਲ ਕੋਈ ਮਾਇਆ ਲੈ ਕੇ ਆਂਦਾ ਹੈ, ਉਹਨੂੰ 2-3 ਵਾਰੀ ਵਾਪਸ ਮੋੜੋ। ਜੇ ਉਹ ਸ਼ਰਧਾ ਨਾਲ, ਜੋਰ ਦੇ ਨਾਲ, ਪਿਆਰ ਦੇ ਨਾਲ ਤੁਹਾਨੂੰ ਦੇ ਦੇਵੇ ਤੇ ਤਾਂ ਤੁਸੀਂ ਟਿਕਾਣਾ ਸਾਹਿਬ ਦੀ ਸੇਵਾ ਤੇ ਲਾ। ਭਾਈ ਆਇਆ ਰਾਮ ਜੀ ਵਿਗਿਆਨੇ ਸਾਹਿਬ ਦੇ ਵਿਗਿਆਨੇ ਡੇਰੇ ਦੇ ਮਹੰਤ ਸਨ ਤੇ ਭਾਈ ਧਰਮਦਾਸ ਜੀ ਸ਼ਾਹ ਜੀਵਨੇ ਡੇਰੇ ਦੇ ਮਹੰਤ ਸਨ। ਆਪਸ ਵਿੱਚ ਪਿਆਰ ਸਤਿਕਾਰ ਇਤਨਾ ਬਣ ਗਿਆ ਤੇ ਦੋਨਾਂ ਦੇ ਵਿੱਚ ਕੋਈ ਫਰਕ ਨਾ ਰਿਹਾ। ਤੇ ਜਦੋਂ ਭਾਈ ਆਇਆ ਰਾਮ ਜੀ ਨੇ ਅਕਾਲ ਚਲਾਣਾ ਕੀਤਾ ਤੇ ਵਿਗਿਆਨੇ ਦੀ ਸੰਗਤ ਨੇ ਸ਼ਾਹ ਜੀਵਨੇ ਵਾਲੇ ਸੰਤਾਂ ਨੂੰ ਉਹ ਡੇਰਾ ਸੌਂਪ ਦਿੱਤਾ। ਕਹਿਣ ਲੱਗੇ ਕਿ ਤੁਸੀਂ ਭਾਈ ਧਰਮਦਾਸ ਜੀ ਹੁਣ ਤੁਸੀਂ ਸਰਬੱਗ ਹੋ ਗਏ ਹੋ, ਸਿਆਣੇ ਹੋ ਗਏ ਹੋ ਤੇ ਇਹ ਡੇਰਾ ਵੀ ਤੁਸੀਂ ਚਲਾਓ। ਤੇ ਭਾਈ ਧਰਮਦਾਸ ਜੀ ਨੇ ਉਸ ਵਕਤ ਆਪਣੇ ਸੇਵਾਦਾਰ ਭੇਜ ਕੇ ਉਸ ਸਥਾਨ ਦੀ ਸੇਵਾ ਸੰਭਾਲ ਕੀਤੀ। ਭਾਈ ਧਰਮਦਾਸ ਤੋਂ ਬਾਅਦ ਭਾਈ ਦਰਬਾਰੀ ਸਾਹਿਬ ਜੀ ਹੋਏ, ਭਾਈ ਗੁਲਾਬ ਦਾਸ ਜੀ, ਭਾਈ ਧਰਮਦਾਸ ਜੀ, ਭਾਈ ਦਰਬਾਰੀ ਸਾਹਿਬ ਜੀ। ਭਾਈ ਦਰਬਾਰੀ ਸਾਹਿਬ ਜੀ ਦੇ ਸ਼ਾਹ ਜੀਵਨੇ ਵਿਖੇ ਗੁਰਭਾਈ ਸਨ ਭਾਈ ਫਤਿਹ ਚੰਦ ਜੀ। ਇੱਕ ਵਾਰੀ ਪਿਆਰ ਨਾਲ ਆਖੋ, ਫਿਰ ਪਿਆਰ ਨਾਲ ਆਖੋ, ਫਿਰ ਪਿਆਰ ਨਾਲ ਆਖੋ। ਭਾਈ ਦਰਬਾਰੀ ਸਾਹਿਬ ਜੀ ਦੇ ਗੁਰਭਾਈ ਸਨ ਭਾਈ ਫਤਿਹ ਚੰਦ ਸਾਹਿਬ। ਭਾਈ ਫਤਿਹ ਚੰਦ ਜੀ ਦੇ ਪਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੜ੍ਹਨ ਵਾਲੇ, ਵਿਦਿਆ ਪੜ੍ਹਨ ਵਾਲੇ ਵਿਦਿਆਰਥੀ ਰਹਿੰਦੇ ਸਨ। 25-30 ਵਿਦਿਆਰਥੀ ਰਹਿਣੇ। ਟਕਸਾਲ ਚਲਦੀ ਸੀ। ਜਿਵੇਂ ਅੱਜ ਕੱਲ੍ਹ ਪਹਿਲਾਂ ਗਿਆਨੀ ਅਮੀਰ ਸਿੰਘ ਜੀ ਦੇ ਅਸਥਾਨ 'ਤੇ ਅੰਮ੍ਰਿਤਸਰ ਵਿਖੇ ਟਕਸਾਲ ਚਲਦੀ ਰਹੀ। ਫਿਰ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਉਹ ਟਕਸਾਲ ਚਲਾਉਂਦੇ ਰਹੇ। ਅੱਜ ਕੱਲ੍ਹ ਬਾਬਾ ਹਰਨਾਮ ਸਿੰਘ ਜੀ ਉਹ ਟਕਸਾਲ ਚਲਾ ਰਹੇ ਹਨ। ਇਸੇ ਤਰ੍ਹਾਂ ਹੋਰ ਵੀ ਕਈ ਜਗ੍ਹਾ 'ਤੇ ਟਕਸਾਲਾਂ ਚੱਲ ਰਹੀਆਂ ਹਨ। ਸ਼ਾਹ ਜੀਵਨਾ ਮੰਡੀ ਵਿਖੇ ਭਾਈ ਫਤਿਹ ਚੰਦ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਟਕਸਾਲ ਚਲਾਉਂਦੇ ਸਨ, ਵਿਦਿਆ ਪੜ੍ਹਾਉਂਦੇ ਸਨ। ਉਸ ਵਿਦਿਆਰਥੀਆਂ ਦੇ ਵਿੱਚੋਂ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ, ਜਿਨ੍ਹਾਂ ਦਾ ਸਥਾਨ ਪਟਿਆਲੇ ਵਿਖੇ ਸੁਸ਼ੋਭਿਤ ਹੈ। ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਭਾਈ ਫਤਿਹ ਚੰਦ ਜੀ ਪਾਸੋਂ ਵਿਦਿਆ ਪ੍ਰਾਪਤ ਕਰਦੇ ਸਨ। ਭਾਈ ਫਤਿਹ ਚੰਦ ਜੀ ਸਵੇਰੇ ਨਿਤਨੇਮ ਅਨੁਸਾਰ ਰੋਜ਼ਾਨਾ ਕਥਾ ਪੜ੍ਹਾਣੀ, ਉਪਰੰਤ ਜਲ ਪਾਣੀ ਛਕ ਕੇ ਦੁਪਹਿਰ ਦੇ ਸਮੇਂ ਆਰਾਮ ਕਰਨਾ। ਆਰਾਮ 2, 2:30, 3 ਵਜੇ ਉੱਠ ਕੇ ਫਿਰ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ। ਭਾਈ ਫਤਿਹ ਚੰਦ ਜੀ ਦੇ ਪਾਸ ਵਿਦਿਆਰਥੀ ਤਾਂ ਬੜੇ ਹੁੰਦੇ ਨੇ, ਪਰ ਸੰਤ ਸੰਗਤ ਸਿੰਘ ਜੀ ਭਾਈ ਫਤਿਹ ਚੰਦ ਜੀ ਦੀ
ਬਾਬਾ ਫਤਿਹ ਚੰਦ ਜੀ ਦੀ ਬਹੁਤ ਸੇਵਾ ਕਰਦੇ ਸੀ। ਸਵੇਰੇ ਉੱਠ ਕੇ ਇਸ਼ਨਾਨ ਲਈ ਪਾਣੀ ਤਿਆਰ ਕਰ ਦੇਣਾ, ਫਿਰ ਜਲ ਪਾਣੀ ਵਾਸਤੇ ਤਿਆਰੀ ਕਰਨੀ, ਫਿਰ ਕਥਾ ਤੋਂ ਬਾਅਦ ਦੁਪਹਿਰ ਦਾ ਭੋਜਨ ਪ੍ਰਸ਼ਾਦਾ ਛਕਾਉਣਾ। ਸ਼ਾਮ ਨੂੰ ਜਿਹੜੀ ਵੀ ਉਹਨਾਂ ਨੇ ਉਸ ਵੇਲੇ ਸ਼ਰਦਾਈ ਵਗੈਰਾ ਜੋ ਵੀ ਹੁੰਦਾ ਸੀ, ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਉਹਨਾਂ ਦੀ ਸੇਵਾ ਕਰਦੇ ਸੀ। ਵਿਦਿਆ ਵੀ ਪੜ੍ਹਨੀ ਅਤੇ ਸੇਵਾ ਵੀ ਕਰਨੀ। ਸੰਤ ਸੰਗਤ ਸਿੰਘ ਜੀ ਨੂੰ ਕਦੀ ਰੋਕ ਨਹੀਂ ਸੀ ਕਿ ਜਿਸ ਵੇਲੇ ਮਰਜ਼ੀ ਆ ਜਾਣ ਬਾਬਾ ਫਤਿਹ ਚੰਦ ਜੀ ਦੇ ਕਮਰੇ ਦੇ ਵਿੱਚ ਤੇ ਆ ਕੇ ਕੋਲ ਬੈਠ ਕੇ ਪਾਠ ਵੀ ਸਰਵਣ ਕਰਨਾ ਤੇ ਨਾਲ ਨਾਲ ਵਿਦਿਆ ਵੀ, ਕੋਈ ਵੀ ਗੱਲ ਪੁੱਛਣੀ ਵੀ ਸਹੀ ਤੇ ਉਹਨਾਂ ਨੇ ਦੱਸ ਵੀ ਦੇ। ਤੇ ਭਾਈ ਸੰਤ ਇੱਕ ਦਿਨ ਦੀ ਗੱਲ ਹੈ, ਪਾਠ ਦਾ ਭਾਈ ਫਤਿਹ ਚੰਦ ਸਾਹਿਬ ਜੀ ਰੋਜ਼ਾਨਾ ਕਰਦੇ ਸਨ। ਇੱਕ ਦਿਨ ਦੁਪਹਿਰ ਦੇ ਸਮੇਂ ਸੰਤ ਸੰਗਤ ਸਿੰਘ ਜੀ ਕਮਰੇ ਦੇ ਅੰਦਰ ਆਉਣ ਲੱਗੇ ਤੇ ਭਾਈ ਫਤਿਹ ਚੰਦ ਜੀ ਨੇ ਇਸ਼ਾਰਾ ਕਰ ਦਿੱਤਾ। ਇਸ਼ਾਰਾ ਕੀ ਕੀਤਾ ਕਿ ਅੰਦਰ ਨਹੀਂ ਆ। ਜਦੋਂ ਇਸ਼ਾਰਾ ਸਮਝ ਕੇ ਸੰਤ ਸੰਗਤ ਸਿੰਘ ਜੀ ਬੜੇ ਉਦਾਸ ਚਿਤ ਹੋ ਕੇ ਬਾਹਰ ਬੈਠ ਗਏ। ਕਹਿਣ ਲੱਗੇ, ਮਨ ਵਿੱਚ ਵਿਚਾਰ ਕਰਨ ਲੱਗੇ, ਮੇਰੇ ਪਾਸ ਕਿਹੜੀ ਗਲਤੀ ਹੋ ਗਈ? ਮੈਂ ਕਿਹੜੀ ਕੋਈ ਆਸੀ ਕੋਈ ਅਵਗਿਆ ਕਰ ਬੈਠਾ ਹਾਂ? ਅੱਜ ਤੱਕ ਬਾਬਾ ਜੀ ਨੇ ਮੈਨੂੰ ਕਦੀ ਅੰਦਰ ਆਉਣ ਵਾਸਤੇ ਮਨਾ ਨਹੀਂ ਕੀਤਾ। ਅੱਜ ਮੇਰੇ ਪਾਸ ਕਿਹੜੀ ਗਲਤੀ ਹੋ ਗਈ ਹੈ ਕਿ ਅੱਜ ਬਾਬਾ ਜੀ ਨੇ ਮੈਨੂੰ ਅੰਦਰ ਆਉਣ ਵਾਸਤੇ ਮਨਾ। ਭਾਈ ਸੰਤ ਸੰਗਤ ਸਿੰਘ ਨੇ ਕਿਤੇ ਉੱਤੇ ਨਹੀਂ ਚਲੇ ਗਏ। ਜਦੋਂ ਭਾਈ ਬਾਬਾ ਫਤਿਹ ਚੰਦ ਜੀ ਨੇ ਮਨਾ ਕੀਤਾ, ਉਹ ਬਾਹਰ ਦਰਵਾਜ਼ੇ ਦੇ ਬਾਹਰ ਬੈਠ ਗਏ। ਜਿਸ ਵੇਲੇ ਭਾਈ ਫਤਿਹ ਚੰਦ ਜੀ ਦਾ ਹੁਕਮ ਹੋਵੇਗਾ ਫਿਰ ਅੰਦਰ ਚਲਾ ਜਾਵਾਂਗੇ। ਥੋੜਾ ਸਮਾਂ ਬੀਤਿਆ, ਬਾਬਾ ਫਤਿਹ ਚੰਦ ਜੀ ਨੇ ਆਵਾਜ਼ ਦਿੱਤੀ, ਸੰਗਤ ਸਿੰਘ ਆ ਜਾ। ਉਸ ਵੇਲੇ ਸੰਤ ਸੰਗਤ ਸਿੰਘ ਜੀ ਅੰਦਰ ਆ ਗਏ। ਆ ਕੇ ਜਲ ਪਾਣੀ ਦੀ ਸੇਵਾ ਕੀਤੀ, ਸੁਖ ਸ਼ਾਂਤੀ ਪੁੱਛੀ, ਫਿਰ ਸੇਵਾ ਕਰਨ ਲੱਗ ਪਏ। ਜਦੋਂ ਮਹਾਂਪੁਰਖ 2-4 ਦਿਨਾਂ ਬਾਅਦ ਆਪਣੇ ਮਸਤੀ ਵਿੱਚ ਬੈਠੇ ਸਨ, ਪਿਆਰ ਵਿੱਚ ਬੈਠੇ ਸਨ, ਉਸ ਵੇਲੇ ਸੰਤ ਸੰਗਤ ਸਿੰਘ ਜੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਅੱਜ ਤੋਂ 2-4 ਦਿਨ ਪਹਿਲਾਂ ਆਪ ਜੀ ਨੇ ਮੈਨੂੰ ਅੰਦਰ ਆਉਣ ਵਾਸਤੇ ਮਨਾ ਕਰ ਦਿੱਤਾ। ਕੋਈ ਤਾਤ ਪਰ ਕਹਿਣ ਲੱਗੇ, ਸੰਗਤ ਸਿੰਘ ਸੁਖਮਨੀ ਸਾਹਿਬ ਜੀ ਦਾ ਪਾਠ ਤਾਂ ਰੋਜ਼ ਹੀ ਕਰੀਦਾ, ਪਰ ਉਸ ਦਿਨ ਸਤਿਗੁਰ ਦੀ ਕਿਰਪਾ ਦੇ ਨਾਲ, ਸਤਿਗੁਰ ਦੀ ਬਖਸ਼ਿਸ਼ ਦਾ ਸਦਕਾ ਇਤਨਾ ਰਸ ਆ ਰਿਹਾ ਸੀ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਾਹਮਣੇ ਸੁਖਾਸਨ 'ਤੇ ਬੈਠੇ ਹਨ ਤੇ ਮੈਂ ਉਹਨਾਂ ਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਾ ਰਿਹਾ। ਤੇ ਜਦੋਂ ਆਪ ਆਉਣ ਲੱਗੇ ਤੇ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਕਿਤੇ ਮੇਰੀ ਬਿਰਤੀ ਉਖੜ ਨਾ ਜਾਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪਾਠ ਸੁਣ ਰਹੇ ਹਨ
ਤੇ ਇਸ ਵਾਸਤੇ ਮਨਾ। ਕਹਿਣ ਦਾ ਭਾਵ ਹੈ ਕਿ ਬਾਬਾ ਫਤਿਹ ਚੰਦ ਜੀ, ਭਾਈ ਦਰਬਾਰੀ ਸਾਹਿਬ ਜੀ, ਇਤਨੀ ਆਤਮਾ ਉਹਨਾਂ ਦੀ ਜੁੜੀ ਹੋਈ ਸੀ ਕਿ ਹਰ ਵੇਲੇ ਵਾਹਿਗੁਰੂ 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 ਭਾਈ ਦਰਬਾਰੀ ਸਾਹਿਬ ਜੀ ਕੀਰਤਨ ਕਰਦੇ ਸਨ। 2-2 ਘੰਟੇ ਵਾਹਿਗੁਰੂ ਦਾ ਸਿਮਰਨ ਕਰਦੇ ਰਹਿਣਾ। ਵਾਹਿਗੁਰੂ 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 ਇਸ ਤਰ੍ਹਾਂ ਭਾਈ ਇਹ ਜਾਪ ਤਾਂ ਭਾਈ ਮਨਪ੍ਰੀਤ ਸਿੰਘ ਜੀ ਕਰਾਉਣਗੇ। आप 2-4 मिनट बचन श्रवण कर लो। भाई फतेह भाई दरबारी साहब जी आप कीर्तन करते सन। कई घंटे वाहगुरू दा जाप करदिया होया, सेवा करदिया होया, सिमरन करदिया होया बाबा फतेह चंद जी ने इतनी सेवा की, इतनी घालना की जो कहनी कथनी तो बाहर है। ये जितनियां भी साखियां आप जी नूं सुनाइया जांदियां हन, ये सारियां साखियां संत रतनमाला दे विच अते दीदार टिकाणा साहब दे विच अंकित हैगियां। कोई बनाइया होइयां ये साखियां नहीं हैगियां। एक साखी मंद बाबा दर्शन सिंह जी महाराज जिन्हां दी आप 56वां प्यारी मिठी याद मना रहे हो। महंत करम चंद जी जिस वेले उन्हां मंडी शाह जिले दे विच रहंदे सन, पाकिस्तान दी गल है, ਤੇ ਉੱਥੋਂ ਚੱਲ ਕੇ ਹਜ਼ੂਰ ਸਾਹਿਬ ਗਏ। ਅੱਜ ਹਜ਼ੂਰ ਸਾਹਿਬ ਜਾਣਾ ਭਾਈ ਮਨਪ੍ਰੀਤ ਸਿੰਘ ਜੀ ਬੜਾ ਸੁੱਖ ਹੈ, ਪਰ ਪਾਕਿਸਤਾਨ ਤੋਂ ਹਜ਼ੂਰ ਸਾਹਿਬ ਜਾਣਾ ਬੜਾ ਔਖਾ ਸੀ। ਪਹਿਲਾਂ ਅੰਮ੍ਰਿਤਸਰ ਸਾਹਿਬ ਆਉਣਾ, ਅੰਮ੍ਰਿਤਸਰ ਤੋਂ ਫਿਰ ਹਰਿਦੁਆਰ ਜਾਣਾ, हरिद्वार तो फिर दिल्ली आना, फिर बम्बे जाना, कई दिन हजूर साहब जांदिया लग जाते सन। तो जदों महंत करम चंद जी हजूर साहब की यात्रा विच गए तो उत्थे कई दिन उन्होंने उत्थे सेवा कर ली। पर अगली कथा तुहानू बाद भी सुनावांगे। संत अमृतपाल सिंह जी ने हुक्म किया है कि
कृपा निधान जगत गुरु के संसार ताप करने करुणा में सब दुख हरो हे शरण जोग दयाल दीनानाथ मया करो शरीर स्वस्थ हीन समय सिमरंत नानक राम दामोदर माधवे राम दामोदर माधवे मन में चितों चितवनी उदम करो उठनी हर कीर्तन काया करो हर देवो नानक के गुर मेरी पूजा गुर गोविंद गुरु मेरा पार ब्रह्मा गुरु भगवंत गुरु मेरा पार ब्रह्मा गुरु भगवंत गुरु मेरी पूजा गुरु मेरी पूजा गुरु गोविंद गुरु मेरा गुर मेरा देव अलाखिया पे गुर मेरा देव अलाखिया पे गुर मेरा अलाखिया पे गुर मेरा देव अलाखिया पे सर्व पूजा चरण गुर से
ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਵਾਹਿਗੁਰੂ 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 ਗੁਰ ਮੇਰੀ